ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਝੋਰਣਾ ਪਿੰਡ ਵਿੱਚ ਵਿਰਾਜਮਾਨ ਸਨ। 1947 ਦਾ ਸਮਾਂ ਸੀ। ਬਾਬਾ ਈਸ਼ਰ ਸਿੰਘ ਜੀ ਨੇ ਸਭ ਸੰਗੀਆਂ ਨੂੰ ਕਿਹਾ ਕਿ ਦੇਸ਼ ਦੀ ਵੰਡ ਹੋਣ ਕਰਕੇ ਅਦਲਾ ਬਦਲੀ ਹੋ ਰਹੀ ਹੈ। ਬਹੁਤ ਭਿਆਨਕ ਸਮਾਂ ਚੱਲ ਰਿਹਾ ਹੈ। ਸਭ ਪਾਸੇ ਖੂਨ ਖਰਾਬਾ ਹੋ ਰਿਹਾ ਹੈ। ਦੁਨੀਆ ਦੇ ਵਿੱਚ ਸੁੱਖ ਸ਼ਾਂਤੀ ਲਈ ਬਾਬਾ ਨੰਦ ਸਿੰਘ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ 28 ਦਿਨਾਂ ਦਾ ਸੰਪੜ ਪਾਠ ਰੱਖੋ, ਜਿਸ ਦੀ ਮਰਿਆਦਾ ਬਹੁਤ ਸਖਤ ਹੈ। ਕਲਯੁਗ ਨੂੰ ਇਹੋ ਜਿਹੇ ਸੁੱਖ ਸ਼ਾਂਤੀ ਵਾਲੇ ਪਾਠ ਚੰਗੇ ਨਹੀਂ ਲੱਗਦੇ ਹਨ। ਕਲਯੁਗ ਇਸ ਸੰਪੜ ਪਾਠ ਵਿੱਚ ਬਹੁਤ ਜ਼ਿਆਦਾ ਵਿਘਨ ਪਾਵੇਗਾ। ਕਲਯੁਗ ਪੂਰੀ ਵਾਹ ਲਗਾਵੇਗਾ ਕਿ ਇਹ ਸੰਪੜ ਪਾਠ ਸੰਪੂਰਨ ਨਾ ਹੋਵੇ। ਇਸ ਲਈ ਤੁਸੀਂ ਸਾਰੇ ਤਕੜੇ ਹੋਵੋ। ਬਾਬਾ ਜੀ ਦੇ ਹੁਕਮ ਅਨੁਸਾਰ ਸਾਰੇ ਚੜ੍ਹਦੀ ਕਲਾ ਵਾਲੇ ਪਾਠੀ ਝੋਰਣਾ ਆ ਗਏ। ਬਾਬਾ ਈਸ਼ਰ ਸਿੰਘ ਜੀ ਨੇ ਸਭ ਪਾਠੀਆਂ ਨੂੰ ਅੰਮ੍ਰਿਤ ਛਕਾ ਕੇ ਸੰਪੜ ਪਾਠ ਦੀ ਪੂਰੀ ਮਰਿਆਦਾ ਦੱਸੀ। ਬਾਬਾ ਜੀ ਨੇ ਪਾਠੀਆਂ ਨੂੰ ਬਚਨ ਕੀਤਾ ਕਿ ਕਲਯੁਗ ਨਾਲ ਮੋਰਚਾ ਲੱਗਣਾ ਹੈ। ਤੁਸੀਂ ਸਾਰੇ ਪਾਠੀਆਂ ਨੇ 28 ਦਿਨ ਅੰਦਰ ਹੀ ਰਹਿਣਾ ਹੈ ਅਤੇ ਕਿਸੇ ਨਾਲ ਬਾਹਰ ਕੋਈ ਗੱਲਬਾਤ ਨਹੀਂ ਕਰਨੀ ਹੈ। ਬਾਬਾ ਈਸ਼ਰ ਸਿੰਘ ਜੀ ਨੇ ਜਿੱਥੇ ਝੋਰਣਾ ਅੱਜ 13 ਮੰਜ਼ਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉਸ ਜਗ੍ਹਾ ਤੇ ਸੰਪੜ ਪਾਠ ਪ੍ਰਕਾਸ਼ ਕੀਤਾ, ਭਾਵ ਸੰਪੜ ਪਾਠ ਆਰੰਭ ਕਰਵਾਇਆ। ਬਾਬਾ ਜੀ ਨੇ ਸਾਰੇ ਪਾਠੀਆਂ ਅਤੇ ਸੇਵਾਦਾਰਾਂ ਨੂੰ ਤਕੜੇ ਹੋ ਕੇ ਪਾਠ ਕਰਨ ਲਈ ਅਤੇ ਸੇਵਾ ਕਰਨ ਲਈ ਕਿਹਾ। ਬਾਬਾ ਜੀ ਨੇ ਸੰਪੜ ਪਾਠ ਕਰਨ ਦੀ ਮਰਿਆਦਾ ਪਾਠੀਆਂ ਨੂੰ ਇਸ ਤਰ੍ਹਾਂ ਦੱਸੀ। ਬਾਬਾ ਜੀ ਨੇ ਦੱਸਿਆ ਕਿ ਪਾਠ ਵਿੱਚ ਜਿੱਥੇ ਵੀ ਮੂਲ ਮੰਤਰ ਪੂਰਾ ਆਵੇ ਉੱਥੇ 7 ਵਾਰ ਮੂਲ ਮੰਤਰ ਦਾ ਸੰਪਟ ਲਾਉਣਾ ਹੈ। ਜਿੱਥੇ ਇਕੱਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੇ ਉੱਥੇ ਦੋਨੋਂ ਪਾਸੇ 5-5 ਵਾਰ ਮੂਲ ਮੰਤਰ ਦਾ ਸੰਪਟ ਲਾਉਣਾ ਹੈ। ਭਾਵ ਇੱਕ ਓੰਕਾਰ ਸਤਿਗੁਰ ਪ੍ਰਸਾਦ ਪੜਨ ਤੋਂ ਪਹਿਲਾਂ ਵੀ 5 ਵਾਰ ਮੂਲ ਮੰਤਰ ਬੋਲਣਾ ਹੈ ਅਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਬਾਅਦ ਵੀ 5 ਵਾਰ ਮੂਲ ਮੰਤਰ ਬੋਲਣਾ ਹੈ। ਜਿੱਥੇ ਰਾਗ ਮਹੱਲਾ ਜਾਂ ਪੌੜੀ ਆਵੇ ਉਥੇ ਔਖੀ ਘੜੀ ਨਾ ਦੇਖਣ ਦੇਈ ਅਤੇ ਮੂਲ ਮੰਤਰ ਦੋਨਾਂ ਨੂੰ ਮਿਲਾ ਕੇ ਸੰਪਟ ਲਾਉਣਾ ਹੈ। ਭਾਵ ਦੋਨੋਂ ਸ਼ਬਦਾਂ ਦਾ ਸੰਪਟ ਲਾਉਣਾ ਹੈ। ਜਦੋਂ ਵੀ ਅੰਗ ਪਲਟਣਾ ਹੈ, ਭਾਵ ਗੁਰੂ ਸਾਹਿਬ ਜੀ ਦਾ ਪੱਤਰਾ ਪਲਟਣਾ ਹੈ, ਤਾਂ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਪਲਟਣਾ ਹੈ। ਜਿੱਥੇ ਵੀ ਪੰਗਤੀ ਤੇ ਵਿਸਰਾਮ 2 ਡੰਡੇ ਆਉਂਦੇ ਹਨ ਉਥੇ ਪੂਰਾ ਸੰਪਟ ਲਗਾ ਕੇ ਅੱਗੇ ਪਾਠ ਕਰਨਾ ਹੈ। ਭਾਵ ਮੂਲ ਮੰਤਰ ਔਖੀ ਘੜੀ ਨਾ ਦੇਖਣ ਦੇਈ ਅਤੇ ਸਤਨਾਮ ਸ੍ਰੀ ਵਾਹਿਗੁਰੂ ਪੂਰਾ ਸੰਪਟ ਲਗਾਉਣਾ ਹੈ। ਜਦੋਂ ਪਾਠ ਆਰੰਭ ਹੋ ਗਿਆ ਤਾਂ 2 ਦਿਨ ਬਾਅਦ ਇੱਕ ਵੱਡੇ ਸਾਰੇ ਆਕਾਰ ਦਾ ਕੁੱਤਾ ਪਾਠਾਂ ਵਾਲੇ ਆਸਣ ਦੇ ਉੱਪਰ ਦੀ ਛਾਲ ਮਾਰ ਕੇ ਕੰਧ ਉੱਪਰ ਜਾ ਚੜਿਆ। ਸੇਵਾਦਾਰਾਂ ਨੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪਰ ਕੁੱਤਾ ਉਹਨਾਂ ਸੇਵਾਦਾਰਾਂ ਨੂੰ ਟੁੱਟ ਕੇ ਪੈ ਗਿਆ। ਫਿਰ ਸਾਰੇ ਸੇਵਾਦਾਰ ਇਕੱਠੇ ਹੋ ਗਏ ਅਤੇ ਸੇਵਾਦਾਰਾਂ ਨੇ ਉਸ ਨੂੰ ਡਾਂਗਾ ਮਾਰ ਕੇ ਭਜਾ ਦਿੱਤਾ। ਜਦੋਂ ਕੁੱਤਾ ਭੱਜ ਗਿਆ ਤਾਂ ਸਾਰੇ ਸੇਵਾਦਾਰ ਇਹ ਦੇਖ ਕੇ ਬੜੇ ਹੈਰਾਨ ਹੋਏ ਕਿ ਇੰਨਾ ਵੱਡਾ ਕੁੱਤਾ ਪਹਿਲਾਂ ਤਾਂ ਕਦੇ ਨਹੀਂ ਦੇਖਿਆ। ਜਦੋਂ ਸੇਵਾਦਾਰਾਂ ਨੇ ਇਹ ਗੱਲ ਬਾਬਾ ਈਸ਼ਰ ਸਿੰਘ ਜੀ ਨੂੰ ਦੱਸੀ ਤਾਂ ਬਾਬਾ ਜੀ ਨੇ ਫਰਮਾਇਆ, ਇਹ ਕੁੱਤਾ ਨਹੀਂ ਸੀ, ਇਹ ਤਾਂ ਕਲਯੁਗ ਸੀ। ਕਲਯੁਗ ਨੇ ਹਜੇ ਤਾਂ ਹੋਰ ਬਹੁਤ ਰੂਪ ਧਾਰ ਕੇ ਸੰਪੜ ਪਾਠ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨੀ ਹੈ। ਤੁਸੀਂ ਹੋਰ ਤਕੜੇ ਹੋ ਕੇ ਪਹਿਰਾ ਦਵੋ। ਪਾਠ ਦੇ 5ਵੇਂ ਦਿਨ ਸੇਵਾਦਾਰਾਂ ਨੇ ਦੇਖਿਆ ਕਿ ਇੱਕ ਬਹੁਤ ਵੱਡਾ ਢੱਠਾ ਭਾਵ ਬਲਦ ਭੂਸਰਿਆ ਫਿਰ ਰਿਹਾ ਹੈ। ਢੱਠਾ ਕਈ ਵਾਰ ਪਾਠ ਵਾਲੀ ਕੰਧ ਦੇ ਨਾਲ ਲੱਤਾਂ ਲਗਾ ਕੇ ਖੜ ਜਾਂਦਾ ਸੀ ਅਤੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੇਵਾਦਾਰਾਂ ਨੇ ਇਕੱਠੇ ਹੋ ਕੇ ਡਾਂਗਾ ਨਾਲ ਇਸ ਢੱਠੇ ਨੂੰ ਵੀ ਭਜਾ ਦਿੱਤਾ। ਪਾਠ ਦੇ 7ਵੇਂ ਦਿਨ ਇੱਕ ਕਾਲਾ ਸ਼ਾਹ ਮੁੰਡਾ, ਜਿਸ ਦੇ ਵਾਲ ਖੁੱਲੇ ਸਨ, ਉਹ ਪਾਠ ਵਾਲੇ ਆਸਣ ਦੇ ਅੱਗੇ ਜਾ ਕੇ ਬੈਠ ਗਿਆ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗ ਪਿਆ। ਜਦੋਂ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ, ਤੂੰ ਰੋ ਕਿਉਂ ਰਿਹਾ ਹੈ, ਤਾਂ ਉਸ ਮੁੰਡੇ ਨੇ ਸੇਵਾਦਾਰਾਂ ਨੂੰ ਕਿਹਾ ਕਿ ਮੈਂ ਬਹੁਤ ਜ਼ਿਆਦਾ ਦੁਖੀ ਹਾਂ, ਮੈਂ ਬਹੁਤ ਜ਼ਿਆਦਾ ਤਕਲੀਫ ਵਿੱਚ ਹਾਂ, ਮੈਨੂੰ ਬਾਬਾ ਜੀ ਕੋਲ ਬੇਨਤੀ ਕਰਨ ਲਈ ਅੰਦਰ ਜਾਣ ਦਿਓ। ਸੇਵਾਦਾਰਾਂ ਨੇ ਕਿਹਾ ਕਿ ਅੰਦਰ ਜਾਣ ਦਾ ਕਿਸੇ ਨੂੰ ਹੁਕਮ ਨਹੀਂ ਹੈ। ਉਹ ਮੁੰਡਾ ਜ਼ਬਰਦਸਤੀ ਅੰਦਰ ਵੜਨਾ ਚਾਹੁੰਦਾ ਸੀ, ਪਰ ਸੇਵਾਦਾਰਾਂ ਨੇ ਉਸ ਨੂੰ ਫੜ ਕੇ ਬਾਹਰ ਭਜਾ ਦਿੱਤਾ। ਪਾਠ ਦੇ 11ਵੇਂ ਦਿਨ
ਇੱਕ ਬਹੁਤ ਸੋਹਣੀ ਲੜਕੀ ਪਾਠ ਦੇ ਆਸਣ ਕੋਲ ਆ ਕੇ ਖੜੀ ਹੋ ਗਈ। ਜਦੋਂ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, ਤੂੰ ਕੌਣ ਹੈ, ਤਾਂ ਉਸ ਲੜਕੀ ਨੇ ਕਿਹਾ ਕਿ ਮੈਂ ਅੰਦਰ ਮੱਥਾ ਟੇਕਣਾ ਹੈ, ਮੈਂ ਬਹੁਤ ਦੁਖੀ ਹਾਂ। ਸੇਵਾਦਾਰਾਂ ਨੇ ਕਿਹਾ, ਕਿਸੇ ਨੂੰ ਵੀ ਅੰਦਰ ਜਾਣ ਦਾ ਹੁਕਮ ਨਹੀਂ ਹੈ, ਤੂੰ ਅੰਦਰ ਨਹੀਂ ਜਾ ਸਕਦੀ। ਉਹ ਲੜਕੀ ਜ਼ਬਰਦਸਤੀ ਅੰਦਰ ਜਾਣ ਲੱਗੀ ਤਾਂ ਸੇਵਾਦਾਰਾਂ ਨੇ ਉਸ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਾ ਮੰਨੀ। ਤਾਂ ਸੇਵਾਦਾਰਾਂ ਨੇ ਤਲਵਾਰ ਕੱਢ ਲਈ ਤੇ ਉਸ ਲੜਕੀ ਨੂੰ ਮਾਰਨ ਲੱਗੇ ਤਾਂ ਉਹ ਲੜਕੀ ਅਲੋਪ ਹੋ ਗਈ। ਜਦੋਂ ਸੇਵਾਦਾਰਾਂ ਨੇ ਇਹ ਦੇਖਿਆ ਤਾਂ ਸੇਵਾਦਾਰ ਬਹੁਤ ਹੈਰਾਨ ਹੋ ਗਏ। ਸੇਵਾਦਾਰਾਂ ਨੇ 11 ਦਿਨ ਦੀਆਂ ਬੀਤੀਆਂ ਸਾਰੀਆਂ ਗੱਲਾਂ ਬਾਬਾ ਜੀ ਨੂੰ ਜਾ ਕੇ ਦੱਸੀਆਂ। ਬਾਬਾ ਜੀ ਨੇ ਫਰਮਾਇਆ, ਫਿਕਰ ਨਾ ਕਰੋ, ਇਹ ਕਲਯੁਗ ਹੈ ਜੋ ਅਲੱਗ-ਅਲੱਗ ਰੂਪ ਧਾਰਨ ਕਰਕੇ ਸੰਪਟ ਪਾਠ ਵਿੱਚ ਵਿਘਨ ਪਾਉਣ ਦੇ ਲਈ ਆ ਰਿਹਾ ਹੈ। ਹੁਣ ਸੰਪਟ ਪਾਠ ਦੇ ਮੱਧ ਦਾ ਭੋਗ ਪੈਣ ਵਾਲਾ ਹੈ। ਮੱਧ ਤੋਂ ਬਾਅਦ ਕਲਯੁਗ ਆਪੇ ਹੀ ਪਿੱਛੇ ਹਟਣਾ ਸ਼ੁਰੂ ਕਰ ਦੇਵੇਗਾ। ਬਾਬਾ ਜੀ ਸੰਪਟ ਪਾਠ ਦੇ ਵਿੱਚ ਇੱਕ ਦਿਨ ਤਖਤੂਪੁਰੇ ਦੀਵਾਨ ਸਜਾ ਕੇ ਵਾਪਸ ਆ ਰਹੇ ਸਨ ਤਾਂ ਰਾਸਤੇ ਵਿੱਚ ਕਲਯੁਗ ਨੇ ਬਾਬਾ ਜੀ ਦਾ ਰਸਤਾ ਰੋਕ ਲਿਆ ਤੇ ਕਲਯੁਗ ਨੇ ਬਾਬਾ ਜੀ ਨੂੰ ਕਿਹਾ, ਮਹਾਂਪੁਰਖੋ, ਤੁਸੀਂ ਮੇਰੇ ਰਾਜ ਵਿੱਚ ਇੰਨਾ ਵੱਡਾ ਪਾਠਾਂ ਦਾ ਸ਼ਿਲਾ ਰੱਖਿਆ ਹੋਇਆ ਹੈ, ਮੈਨੂੰ ਬਹੁਤ ਦੁੱਖ ਹੋ ਰਿਹਾ ਹੈ, ਤੁਸੀਂ ਮੇਰੇ ਨਾਲ ਰਲ ਜਾਓ, ਮੈਂ ਤੁਹਾਨੂੰ ਸਭ ਕੁਝ ਦੇਵਾਂਗਾ। ਬਾਬਾ ਈਸ਼ਰ ਸਿੰਘ ਜੀ ਨੇ ਫਰਮਾਇਆ, ਅਸੀਂ ਤਾਂ ਗੁਰੂ ਨਾਨਕ ਦੇ ਮੰਗਤੇ ਹਾਂ, ਤੂੰ ਸਾਨੂੰ ਕੀ ਦੇ ਸਕਦਾ ਹੈ। ਕਲਯੁਗ ਕਹਿਣ ਲੱਗਿਆ, ਜੇ ਤੁਸੀਂ ਮੇਰੀ ਗੱਲ ਨਹੀਂ ਮੰਨਣੀ ਤਾਂ ਅੱਜ ਰਾਤ ਨੂੰ ਮੈਂ ਤੁਹਾਡੇ ਪਾਠਾਂ ਵਾਲੀ ਜਗ੍ਹਾ ਤੇ ਦੇਖ ਲਿਓ ਕੀ ਕਰਦਾ ਹਾਂ। ਇਹ ਕਹਿ ਕੇ ਕਲਯੁਗ ਅਲੋਪ ਹੋ ਗਿਆ। ਜਦੋਂ ਬਾਬਾ ਜੀ ਝੋਰਣਾ ਪਹੁੰਚੇ ਤਾਂ ਬਾਬਾ ਜੀ ਨੇ ਸਾਰੇ ਪਾਠੀਆਂ ਅਤੇ ਸੇਵਾਦਾਰਾਂ ਨੂੰ ਚੰਗੀ ਤਰ੍ਹਾਂ ਸੁਚੇਤ ਕਰ ਦਿੱਤਾ ਕਿ ਅੱਜ ਕਲਯੁਗ ਪਾਠਾਂ ਵਿੱਚ ਜ਼ਰੂਰ ਕੋਈ ਤਕੜਾ ਵਿਘਨ ਪਾਵੇਗਾ। ਤੁਸੀਂ ਸਭ ਨੇ ਤਕੜੇ ਹੋ ਕੇ ਪਾਠ ਕਰਨਾ ਹੈ ਅਤੇ ਪਹਿਰਾ ਦੇਣਾ ਹੈ। ਸਾਰੇ ਪਾਠੀ ਅਤੇ ਸੇਵਾਦਾਰ ਆਪਣੀ ਆਪਣੀ ਸੇਵਾ ਸੰਭਾਲੋ। ਜਦੋਂ ਰਾਤ ਦੇ 12 ਵਜੇ ਤਾਂ ਬਹੁਤ ਜ਼ਿਆਦਾ ਤੇਜ਼ ਹਨੇਰੀ ਆ ਗਈ ਤੇ ਸਭ ਲਾਈਟਾਂ ਬੰਦ ਹੋ ਗਈਆਂ। ਹਨੇਰੀ ਨਾਲ ਸਾਰੇ ਦਰਵਾਜ਼ੇ ਜ਼ੋਰ-ਜ਼ੋਰ ਨਾਲ ਵੱਜਣ ਲੱਗ ਪਏ। ਜਦੋਂ ਸੇਵਾਦਾਰਾਂ ਨੇ ਦਰਵਾਜ਼ਾ ਬੰਦ ਕਰਨਾ ਚਾਹਿਆ ਤਾਂ ਹਨੇਰੀ ਇੰਨੀ ਤੇਜ਼ ਸੀ ਕਿ ਜਿਹੜੇ ਲਾਈਟ ਵਾਲਾ ਲੈਂਪ ਦਰਵਾਜ਼ੇ ਤੇ ਟੰਗਿਆ ਹੋਇਆ ਸੀ ਉਹ ਵੀ ਥੱਲੇ ਡਿੱਗ ਕੇ ਟੁੱਟ ਗਿਆ। ਜੋਤ ਵੀ ਬੁਝ ਗਈ, ਸਾਰੇ ਪਾਸੇ ਹਨੇਰਾ ਹੋ ਗਿਆ। ਪਾਠੀ ਪਾਠ ਕਰਦਾ ਹੋਇਆ ਡਰ ਗਿਆ। ਉਧਰੋਂ ਬਾਬਾ ਈਸ਼ਰ ਸਿੰਘ ਜੀ ਨੇ ਗਰਜਵੀਂ ਆਵਾਜ਼ ਵਿੱਚ ਲਲਕਾਰਾ ਮਾਰਿਆ ਕਿ ਸਾਰੇ ਤਕੜੇ ਹੋਵੋ, ਅਸੀਂ ਆਏ। ਇਸ ਸਮੇਂ ਭਾਈ ਨੰਦ ਸਿੰਘ ਪਿੰਡ ਲੰਮਿਆਂ ਵਾਲਾ ਪਾਠ ਕਰ ਰਿਹਾ ਸੀ ਅਤੇ ਪਾਠ ਵਿੱਚ ਮੰਗਲਾਚਰਨ ਨੂੰ ਸੰਪਟ ਲਗਾ ਰਿਹਾ ਸੀ। ਜਦੋਂ ਉਹ ਪਾਠੀ ਅਖੀਰ ਵਾਲਾ ਸੰਪਟ ਲਗਾਉਣ ਲੱਗਾ ਤਾਂ ਉਸਨੇ ਮਨ ਵਿੱਚ ਅਰਦਾਸ ਕੀਤੀ ਕਿ ਬਾਬਾ ਜੀ ਹੁਣ ਨਹੀਂ ਸਰਦਾ, ਹੁਣ ਤੁਸੀਂ ਕਿਰਪਾ ਕਰੋ, ਕਲਯੁਗ ਜ਼ੋਰ ਪਾ ਰਿਹਾ ਹੈ। ਉਸ ਸਮੇਂ ਬਾਬਾ ਜੀ ਇੱਕਦਮ ਗੁਰੂ ਸਾਹਿਬ ਕੋਲ ਆ ਗਏ ਤਾਂ ਉਹ ਪਾਠੀ ਨੇ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਕਾਸ਼ ਨਿਕਲ ਰਿਹਾ ਹੈ ਅਤੇ ਗੁਰੂ ਸਾਹਿਬ ਦੇ ਸਾਰੇ ਅੱਖਰ ਸਾਫ਼-ਸਾਫ਼ ਮੋਤੀਆਂ ਵਾਂਗ ਚਮਕ ਰਹੇ ਹਨ। ਪ੍ਰਕਾਸ਼ ਪੈਣ ਨਾਲ ਪਾਠੀ ਪਾਠ ਕਰਦਾ ਰਿਹਾ ਅਤੇ ਪਾਠ ਵਿੱਚ ਰੁਕਿਆ ਨਹੀਂ। ਪਾਠ ਕਰਨ ਵਿੱਚ ਕੋਈ ਵਿਘਨ ਨਹੀਂ ਪਿਆ। ਥੋੜੇ ਸਮੇਂ ਬਾਅਦ ਹਨੇਰੀ ਤੂਫਾਨ ਬੰਦ ਹੋ ਗਿਆ ਅਤੇ ਜੋਤ ਜਗਾਉਣ ਨਾਲ ਚਾਨਣ ਹੋ ਗਿਆ। ਫਿਰ ਲੈਂਪ ਵੀ ਜਲਾ ਲਿਆ। ਅਗਲੇ ਦਿਨ ਸੰਪਟ ਪਾਠ ਦੇ ਮੱਧ ਦਾ ਭੋਗ ਪੈਣਾ ਸੀ। ਇੱਕ ਪਾਠੀ ਕਹਿਣ ਲੱਗਿਆ, ਬਾਬਾ ਜੀ, ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਣ ਲੱਗਿਆ ਹੋਇਆ ਹੈ, ਉੱਥੇ ਮੈਨੂੰ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਤੱਖ ਦਰਸ਼ਨ ਹੋਏ ਸਨ। ਬਾਬਾ ਜੀ ਕਹਿਣ ਲੱਗੇ, ਭਾਈ, ਕੱਲ ਰਾਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੀ ਕਲਯੁਗ ਤੋਂ ਬਚਾਇਆ ਹੈ, ਤਾਂ ਹੀ ਤਾਂ ਪਾਠ ਵਿੱਚ ਵਿਘਨ ਨਹੀਂ ਪਿਆ। ਤੁਸੀਂ ਫਿਕਰ ਨਾ ਕਰੋ, ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਹਾਜ਼ਰ ਨਾਜ਼ਰ ਹਨ। ਕਈ ਪਾਠੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ, ਕਈ ਪਾਠੀਆਂ ਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਹੋਏ। ਇਸ ਤਰ੍ਹਾਂ ਮੱਧ ਦੇ ਭੋਗ ਤੋਂ ਬਾਅਦ ਕਲਯੁਗ ਪਿੱਛੇ ਹਟ ਗਿਆ। 28 ਦਿਨਾਂ ਬਾਅਦ ਸੰਪਟ ਪਾਠ ਦਾ ਭੋਗ ਪੈ ਗਿਆ। ਨਿਰਵਿਘਨਤਾ ਸਹਿਤ ਸੰਪੂਰਨ ਪਾਠ ਦੀ ਸਮਾਪਤੀ ਹੋਈ। ਸਾਰੀ ਸੰਗਤ ਬਾਬਾ ਜੀ ਦੀ ਕਿਰਪਾ ਦੇਖ ਕੇ ਬੜੀ ਹੈਰਾਨ ਹੋਈ। ਸਭ ਨੇ ਕਿਹਾ, ਧੰਨ ਗੁਰੂ ਨਾਨਕ, ਧੰਨ ਬਾਬਾ ਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ। ਸੰਪਟ ਪਾਠ ਤੋਂ ਬਾਅਦ ਬਾਬਾ ਜੀ ਦੀ ਐਸੀ ਕਿਰਪਾ ਹੋਈ ਕਿ ਸਾਰੀ ਦੁਨੀਆ ਵਿੱਚ ਸੁੱਖ ਸ਼ਾਂਤੀ ਹੋ ਗਈ ਅਤੇ ਦੁਨੀਆ ਨੂੰ ਸੁੱਖ ਦਾ ਸਾਹ ਆਇਆ। ਇਹ ਸਭ ਨਾਮ ਦੀਆਂ ਵਡਿਆਈਆਂ ਹਨ।
ਜਿੰਨਾ ਅਸੀਂ ਨਾਮ ਜਪਾਂਗੇ ਓਨੀ ਹੀ ਦੁਨੀਆ ਵਿੱਚ ਸੁੱਖ ਸ਼ਾਂਤੀ ਕਾਇਮ ਰਹੇਗੀ। ਜਿੰਨੇ ਅਸੀਂ ਪਾਪ ਕਰਾਂਗੇ ਓਨਾ ਹੀ ਦੁਨੀਆ ਵਿੱਚ ਦੁੱਖ ਵਧੇਗਾ। ਇਸ ਲਈ ਜੇ ਸੁੱਖ ਲੈਣੇ ਹਨ ਤਾਂ ਨਾਮ ਜਪੋ ਅਤੇ ਕੇਵਲ ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਦੀਆਂ ਗੁਰਮਤਿ ਸਾਖੀਆਂ ਸੁਣਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ